ਹੈਲੋ एवरीवन, ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਮੈਂ ਰੂਰਲ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਦੀ ਗੱਲ ਕਰ ਰਿਹਾ ਹੈਗਾ ਜੀ। RNIP ਨਾਲ ਰਿਲੇਟਡ ਕੁਝ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮੈਂ ਡਿਸਕਸ ਕਰੂੰਗਾ। ਇੱਕ ਈਜ਼ੀ ਤੇ ਇੱਕ ਫਾਸਟ ਟਰੈਕ PR ਦਾ ਪਾਥਵੇ ਹੈਗਾ ਹੈ। ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ RNIP ਹੈਗਾ ਇੱਕ ਫਿਊਚਰ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਦਾ, ਬਿਕੋਜ਼ ਇਸ ਜਿਹੜਾ ਹੈਗਾ ਪ੍ਰੋਗਰਾਮ ਦਾ ਬੈਨੀਫਿਟ ਜਿਹੜੀਆਂ ਰੂਰਲ ਕਮਿਊਨਿਟੀਜ਼ ਨੂੰ ਬਹੁਤ ਜ਼ਿਆਦਾ ਹੈਗਾ ਹੈ ਤੇ ਇਸ ਕਰਕੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਨੇ ਪਰਮਾਨੈਂਟ ਵੀ ਬਣ ਜਾਣਾ। ਆਫੀਸ਼ੀਅਲ ਅਨਾਉਂਸਮੈਂਟ ਜਿਹੜੀ ਆਉਣ ਵਾਲੇ ਦਿਨਾਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਨੇ, ਹਾਲੇ ਤੱਕ ਇਦਾਂ ਦੀ ਅਨਾਉਂਸਮੈਂਟ ਨਹੀਂ ਹੋਈ, ਬਟ ਐਜ਼ ਆਫ ਨਾਓ ਜਿਹੜਾ ਪ੍ਰੋਗਰਾਮ ਹੈਗਾ ਹੈ 2024 ਚ ਐਕਸਪਾਇਰ ਹੋ ਜਾਣਾ। ਪਾਇਲਟ ਪ੍ਰੋਗਰਾਮ ਸੀਗਾ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਇੰਪੋਰਟੈਂਟ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਉਹ ਜਿਹੜੀ ਅਪਡੇਟ ਇਹ ਹੈਗੀ ਹੈ ਜੀ, ਪਬਲਿਕ ਸਰਵੈਂਟ ਜਿਹੜੀ ਐਸੋਸੀਏਸ਼ਨ ਹੈ ਕੈਨੇਡਾ ਦੀ, ਉਹਨਾਂ ਦੀ ਸਟ੍ਰਾਈਕ ਦੇ ਬਾਰੇ। ਅੱਜ ਲਗਾਤਾਰ 6ਵੇਂ ਦਿਨ ਸਟ੍ਰਾਈਕ ਪੁੱਜ ਗਈ ਹੈਗੀ ਹੈ। ਸੋ ਇਹਦਾ ਕੋਈ ਰੈਜ਼ੋਲੂਸ਼ਨ ਹਲੇ ਤੱਕ ਨਹੀਂ ਨਿਕਲਿਆ। ਸੋ ਇਸ ਸਟ੍ਰਾਈਕ ਦਾ ਕੀ ਅਸਰ ਪੈ ਰਿਹਾ ਕਿ ਜਿਹੜੇ ਬਹੁਤ ਸਾਰੇ ਇੰਪਲੋਈ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ, ਉਹ ਸਟ੍ਰਾਈਕ ਤੇ ਗਏ ਹੋਏ ਨੇ। ਸੋ ਪ੍ਰੋਸੈਸਿੰਗ ਡਿਲੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕੰਟੀਨਿਊ ਰਹਿਣਗੇ ਜਦੋਂ ਤੱਕ ਸਟ੍ਰਾਈਕ ਚੱਲਦੀ ਰਹਿੰਦੀ ਹੈ। ਸੋ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕੋਈ ਰੈਜ਼ੋਲੂਸ਼ਨ ਨਿਕਲੇ ਤਾਂ ਕਿ ਸਟ੍ਰਾਈਕ ਖਤਮ ਹੋਵੇ ਤੇ ਨਾਲ ਦੇ ਨਾਲ ਜਿਹੜਾ ਹੈਗਾ ਨੋਰਮਲ ਪ੍ਰੋਸੈਸਿੰਗ ਟਾਈਮ ਜਿਹੜੇ ਹੈਗੇ ਉਹ ਹੋ ਜਾਣ। ਸੋ ਹੁਣ ਵੀਡੀਓ ਨੂੰ ਆਪਾਂ ਸਟਾਰਟ ਕਰ ਲੈਣੇ ਹੈਗੇ। ਸਾਰਿਆਂ ਨਾਲੋਂ ਪਹਿਲਾਂ ਜਿਹੜਾ ਕੁਐਸਚਨ ਜਿਹੜਾ ਪੁੱਛਿਆ ਜਾਂਦਾ RNIP ਹੈ ਕੀ? RNIP ਜਿਹੜਾ ਬੇਸਿਕਲੀ ਹੈਗਾ ਜੀ ਰੂਰਲ ਨਾਰਥਰਨ ਇਮੀਗ੍ਰੇਸ਼ਨ ਇੱਕ ਪਾਇਲਟ ਪ੍ਰੋਗਰਾਮ ਹੈ ਜਿਹਦਾ ਕਿ ਕਮਿਊਨਿਟੀ ਡਰਿਵਨ ਪ੍ਰੋਗਰਾਮ ਹੈਗਾ। ਇਹ ਡਿਜ਼ਾਈਨ ਕੀਤਾ ਗਿਆ ਸੀਗਾ ਸਪਰੈਡ ਕਰਨ ਦੇ ਲਈ ਬੈਨੀਫਿਟਸ ਜਿਹੜੇ ਕਿ ਇਕਨੋਮਿਕ ਇਮੀਗ੍ਰੇਸ਼ਨ ਦੇ ਸਮਾਲਰ ਕਮਿਊਨਿਟੀਜ਼ ਨੂੰ। ਸੋ ਇਹ ਇੱਕ ਪਾਥ ਹੈਗਾ ਪਰਮਾਨੈਂਟ ਰੈਜ਼ੀਡੈਂਟ ਦਾ, ਜਿਹਦੇ ਰਾਹੀਂ ਕਿ ਸਕਿਲਡ ਫੋਰਨ ਵਰਕਰ ਕੈਨੇਡਾ ਦੇ ਵਿੱਚ PR ਲੈ ਸਕਦੇ ਨੇ। ਟੋਟਲ 11 ਕਮਿਊਨਿਟੀਆਂ ਇਹਦੇ ਵਿੱਚ ਪਾਰਟਿਸਿਪੇਟ ਕਰਦੀਆਂ ਹੈਗੀਆਂ। ਸਾਰਿਆਂ ਨਾਲੋਂ ਵੱਧ ਜਿਹੜੀਆਂ ਕਮਿਊਨਿਟੀਆਂ ਹੈਗੀਆਂ ਉਹ ਹੈਗੀਆਂ ਜੀ ਓਨਟਾਰੀਓ ਦੀਆਂ 5 ਕਮਿਊਨਿਟੀਆਂ ਇਹਦੇ ਵਿੱਚ ਆਉਂਦੀਆਂ। ਸਸਕੈਚੂਅਨ ਦੀ ਵੀ ਇਹਦੇ ਵਿੱਚ ਇੱਕ ਕਮਿਊਨਿਟੀ ਹੈਗੀ ਹੈ ਜੀ, ਤੇ ਨਾਲ ਦੀ ਨਾਲ 2 ਕਮਿਊਨਿਟੀਆਂ ਮੈਨੀਟੋਬਾ ਦੀਆਂ ਹੈਗੀਆਂ, ਤੇ 2 ਹੀ ਕਮਿਊਨਿਟੀਆਂ ਜੇ ਬ੍ਰਿਟਿਸ਼ ਕੋਲੰਬੀਆ ਦੀ ਹੈਗੀਆਂ, ਤੇ ਇੱਕ ਕਮਿਊਨਿਟੀ ਜਿਹੜੀ ਹੈਗੀ ਹੈ ਅਲਬਰਟਾ ਦੀ ਹੈਗੀ ਹੈ। ਸੋ ਸਾਰਿਆਂ ਨਾਲੋਂ ਵੱਧ ਜੇ ਕਮਿਊਨਿਟੀ ਹੈਗੀਆਂ 5 ਉਹ ਹੈਗੀਆਂ ਜੀ ਓਨਟਾਰੀਓ ਦੇ ਵਿੱਚ। ਸੋ ਨੈਕਸਟ ਕੁਐਸਚਨ ਆਪਾਂ ਦੇ ਵੱਲ ਵੱਧ ਲੈਣਾ, ਜਿਹੜਾ ਕਿ ਪੁੱਛਿਆ ਜਾਂਦਾ ਕਿ ਇਹਦੇ ਵਿੱਚ ਵੀ ਤੁਹਾਨੂੰ ਕੀ ਜਿਹੜੀ ਕਿ NOC B ਲੈਵਲ ਦੀ ਜੌਬ ਹੀ ਚਾਹੀਦੀ ਹੈਗੀ ਹੈ। ਸੋ ਇਹਦਾ ਆਨਸਰ ਹੈ ਕਿ ਹਰ ਤਰ੍ਹਾਂ ਦੀ ਜੌਬ ਇਹਦੇ ਵਿੱਚ ਕੁਆਲੀਫਾਈ ਕਰਦੀ ਹੈ, ਟੀਅਰ ਲੈਵਲ 0 to 5। ਤੀਜਾ ਕੁਐਸਚਨ ਇੱਕ ਇਹ ਪੁੱਛਿਆ ਜਾਂਦਾ ਹੈਗਾ ਕਿ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਕੰਪਲੀਟ ਪ੍ਰੋਸੈਸ ਵਰਕ ਕਿੱਦਾਂ ਕਰਦਾ। ਸੋ ਪਹਿਲੇ ਨੰਬਰ ਦੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਜਿਹੜੀ ਫੈਡਰਲ ਦੀ ਐਲੀਜੀਬਿਲਟੀ ਰਿਕੁਆਇਰਮੈਂਟ ਮੀਟ ਕਰਨੀ ਆ, ਨਾਲ ਦੀ ਨਾਲ ਕਮਿਊਨਿਟੀ ਸਪੈਸੀਫਿਕ ਰਿਕੁਆਇਰਮੈਂਟ ਮੀਟ ਕਰਨੀ ਆ। ਮੋਟੇ ਤੌਰ ਤੇ ਜੇ ਤੁਸੀਂ ਫੈਡਰਲ ਦੀ ਰਿਕੁਆਇਰਮੈਂਟ ਮੀਟ ਕਰ ਲੈਂਦੇ ਹੋ ਤਾਂ ਕਮਿਊਨਿਟੀ ਦੀ ਰਿਕੁਆਇਰਮੈਂਟ ਉਹਦੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ, ਥੋੜਾ ਜਿਹਾ ਫਰਕ ਹੁੰਦਾ ਬੇਸਿਕਲੀ। ਦੂਜੇ ਨੰਬਰ ਦੀ ਰਿਕੁਆਇਰਮੈਂਟ ਇਹ ਹੈ ਕਿ ਜਦੋਂ ਤੁਸੀਂ ਐਲੀਜੀਬਲ ਜੌਬ ਲੱਭਣੀ ਹੈਗੀ ਹੈ ਇਸ ਕਮਿਊਨਿਟੀ ਦੇ ਵਿੱਚੋਂ, ਕਿਸੇ ਵੀ ਪਾਰਟਿਸਿਪੇਟਿੰਗ ਕਮਿਊਨਿਟੀ ਦੇ ਵਿੱਚੋਂ। ਤੇ ਥਰਡ ਜਿਹੜਾ ਸਟੈਪ ਹੁੰਦਾ ਹੈ ਕਿ ਜਦੋਂ ਤੁਹਾਨੂੰ ਜੌਬ ਆਫਰ ਮਿਲ ਗਈ, ਤੁਸੀਂ ਆਪਣਾ ਰਿਕਮੈਂਡੇਸ਼ਨ ਲਈ ਕਮਿਊਨਿਟੀ ਨੂੰ ਆਪਣੀ ਐਪਲੀਕੇਸ਼ਨ ਸਬਮਿਟ ਕਰਨੀ। ਤੇ ਫੋਰਥ ਸਟੇਜ ਹੁੰਦੀ ਹੈ ਜਦੋਂ ਰਿਕਮੈਂਡੇਸ਼ਨ ਮਿਲ ਗਈ, ਆਪਣੀ ਪਰਮਾਨੈਂਟ ਰੈਜ਼ੀਡੈਂਟ ਐਪਲੀਕੇਸ਼ਨ ਸਬਮਿਟ ਕਰਨੀ। ਸੋ ਅਨਲਾਈਕ ਪ੍ਰੋਵਿੰਸ ਨੋਮਨੀ ਪ੍ਰੋਗਰਾਮ, ਇਹਦੇ ਵਿੱਚ ਇਸ ਤਰ੍ਹਾਂ ਕੁਝ ਨਹੀਂਗਾ। ਤੁਸੀਂ ਸਿਰਫ ਔਰ ਸਿਰਫ 4 ਸਟੇਜ ਕ੍ਰੋਸ ਕਰਨੀਆਂ ਹੈਗੀਆਂ। ਐਲੀਜੀਬਿਲਟੀ ਤੁਹਾਡੀ ਮੀਟ ਹੁੰਦੀ ਹੈ, ਕੁਆਲੀਫਾਈਂਗ ਜੌਬ ਆਫਰ ਮਿਲਦੀ ਹੈ, ਰਿਕਮੈਂਡੇਸ਼ਨ ਅਪਲਾਈ ਕਰੋ ਤੇ ਨਾਲ ਨਾਲ ਆਪਣੀ ਫਿਰ PR ਅਪਲਾਈ ਤੁਸੀਂ ਕਰ ਸਕਦੇ ਹੋ। ਇਨਸਾਈਡ ਕੈਨੇਡਾ ਤੇ ਆਊਟਸਾਈਡ ਕੈਨੇਡਾ ਕੈਂਡੀਡੇਟਸ ਦੇ ਲਈ ਇੱਕ ਬਹੁਤ ਹੀ ਵਧੀਆ PR ਦਾ ਪਾਥਵੇ ਇਹ ਹੈਗਾ ਹੈ। ਨੈਕਸਟ ਕੁਐਸਚਨ ਆਪਾਂ ਦੇਖ ਲੈਣੇ ਹੈਗੇ ਫੈਡਰਲ ਐਲੀਜੀਬਿਲਟੀ ਰਿਕੁਆਇਰਮੈਂਟਸ ਕੀ ਨੇ। ਸਾਰਿਆਂ ਨਾਲੋਂ ਪਹਿਲੀ ਰਿਕੁਆਇਰਮੈਂਟ ਹੈਗੀ ਐਲੀਜੀਬਿਲਟੀ 'ਚ ਵਰਕ ਐਕਸਪੀਰੀਅੰਸ ਦੀ। ਜਾਂ ਤੇ ਤੁਸੀਂ 1 ਸਾਲ ਦਾ ਵਰਕ ਐਕਸਪੀਰੀਅੰਸ ਕੀਤਾ ਹੋਵੇ ਪਿਛਲੇ 3 ਸਾਲਾਂ ਦੇ ਵਿੱਚ, ਜਾਂ ਤੁਸੀਂ ਪਬਲਿਕਲੀ ਫੰਡਡ ਜਿਹੜਾ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਹੈ ਕਿਸੇ ਵੀ ਇਹਨਾਂ ਕਮਿਊਨਿਟੀ ਦੇ ਵਿੱਚੋਂ, ਉਹਨਾਂ ਤੋਂ ਤੁਸੀਂ ਸਟੱਡੀ ਕੀਤੀ ਹੋਵੇ 2 ਸਾਲ ਦੀ। ਸੋ ਇੱਥੇ ਜਿਹੜੇ ਵੀਰ ਭੈਣ ਕੈਨੇਡਾ ਦੇ ਵਿੱਚ ਸਟੱਡੀ ਕਰਨ ਆਉਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਇੱਕ ਇੰਪੋਰਟੈਂਟ ਟਿਪ ਹੈਗੀ ਹੈ। ਬਿਕੋਜ਼ ਜੇ ਤੁਸੀਂ ਸਟੱਡੀ ਕਰਨ ਦਾ ਸੋਚ ਰਹੇ ਹੋ, ਕੋਸ਼ਿਸ਼ ਕਰੋ ਤੁਸੀਂ ਇਸ ਕਮਿਊਨਿਟੀ ਦੇ ਵਿੱਚ ਜਿਹੜਾਗਾ ਸਟੱਡੀ ਕਰੋ ਤਾਂ ਕਿ ਜਿਹੜਾਗਾ ਤੁਹਾਡੀ PR ਜਲਦੀ ਹੋ ਸਕੇ, ਤੁਹਾਨੂੰ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਤੋਂ ਤੁਸੀਂ ਐਗਜ਼ੈਂਪਟ ਹੋ ਸਕੋ, ਤੁਹਾਡੀ ਜਲਦੀ PR ਹੋ ਸਕੇ। ਸੋ ਨਾ ਕਿ ਟੋਰਾਂਟੋ, ਵੈਂਕੂਵਰ, ਮੇਨ ਵੱਡੇ ਸ਼ਹਿਰਾਂ ਜਾਣ ਦੀ ਬਜਾਏ ਇਹਨਾਂ ਕਮਿਊਨਿਟੀਜ਼ ਤੇ ਆਉਣ ਦਾ ਤੁਹਾਨੂੰ ਜ਼ਿਆਦਾ ਬੈਨੀਫਿਟ ਹੈਗਾ ਹੈ। ਸੋ ਨੈਕਸਟ ਜਿਹੜਾ ਹੈਗਾ ਲੈਂਗੁਏਜ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ CLB 6 ਹੀ ਹੈ ਮੁੰਡੇ ਤੌਰ ਤੇ। CLB ਜੇ ਗੱਲ ਕਰੀਏ 5 ਐਂਡ ਵੀ ਹੈਗਾ ਹੈ, 4 ਵੀ ਹੈਗਾ, ਡਿਪੈਂਡਿੰਗ ਔਨ ਕਿਹੜੀ ਤੁਹਾਨੂੰ ਜੌਬ ਮਿਲ ਰਹੀ ਹੈ। ਤਾਂ ਮੈਕਸਿਮਮ ਜਿਹੜਾ CLB 6 ਹੀ ਹੈਗਾ। ਐਜੂਕੇਸ਼ਨ ਦੇ ਵਿੱਚ ਹਾਈ ਸਕੂਲ ਹੈ ਜਾਂ ਕੈਨੇਡੀਅਨ 1 ਈਅਰ ਪੋਸਟ ਸੈਕੰਡਰੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਹੈਗੀ ਹੈ। ਸੈਟਲਮੈਂਟ ਫੰਡ ਦੀ ਰਿਕੁਆਇਰਮੈਂਟ ਵੀ ਐਗਜ਼ਿਸਟ ਕਰਦੀ ਹੈ ਉਹਨਾਂ ਦੇ ਲਈ ਜਿਨ੍ਹਾਂ ਕੋਲੇ ਵਰਕ ਪਰਮਿਟ ਨਹੀਂ ਹੈ, ਕੈਨੇਡਾ 'ਚ ਨਹੀਂ ਗਏ, ਆਊਟਸਾਈਡ ਕੈਨੇਡਾ ਨੇ, ਤੇ ਉਹਨਾਂ ਦੇ ਲਈ ਕੀ ਹੈ ਸੈਟਲਮੈਂਟ ਫੰਡਸ ਦੀ ਬਹੁਤ ਹੀ ਘੱਟ ਰਿਕੁਆਇਰਮੈਂਟ ਹੈਗੀ। ਫੋਰ ਐਗਜ਼ਾਮਪਲ $2,290 ਇੱਕ ਬੰਦੇ ਲਈ ਹੈਗੇ, 3 ਬੰਦੇ ਦੀ ਫੈਮਿਲੀ ਲਈ 3,505 ਹੈਗੇ। ਸੋ ਜ਼ਿਆਦਾ ਸੈਟਲਮੈਂਟ ਫੰਡਸ ਦੀ ਰਿਕੁਆਇਰਮੈਂਟ ਇੱਥੇ ਐਗਜ਼ਿਸਟ ਨਹੀਂ ਕਰਦੀ। ਲਾਸਟ ਜਿਹੜੀ ਰਿਕੁਆਇਰਮੈਂਟ ਹੈਗੀ ਇੰਟੈਂਟ ਤੁਹਾਨੂੰ ਪ੍ਰੂਵ ਕਰਨੀ ਪੈਂਦੀ ਹੈ ਕਿ ਤੁਸੀਂ ਇਸ ਪਰਟੀਕੂਲਰ ਕਮਿਊਨਿਟੀ ਦੇ ਵਿੱਚ ਰਹਿਣਾ ਹੈਗਾ। ਹੁਣ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ, ਜਿਹੜਾ ਹੈਗਾ ਵਾਟ ਰਿਕੁਆਇਰਮੈਂਟਸ ਆਫ ਦੀ ਕੁਆਲੀਫਾਈਂਗ ਜੌਬ ਆਫਰ। ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੈਗੇ ਹੋ,
ਇਸ ਚਾਰਟ ਨੂੰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਚੰਗੇ ਸਿੰਪਲ ਵੇ ਦੇ ਵਿੱਚ ਸਮਝਾਉਣ ਦੀ। ਜੇ ਆਪਾਂ ਫੋਰ ਐਗਜ਼ਾਮਪਲ ਜੇ 0 ਐਂਡ 1 ਟੀਅਰ ਦੀ ਜੌਬ ਆਫਰ ਮਿਲ ਰਹੀ ਹੈ, ਤੁਹਾਡਾ ਵਰਕ ਐਕਸਪੀਰੀਅੰਸ ਜਿਹੜਾ ਹੈਗਾ 0, 1, 2 ਔਰ 3 ਦਾ ਹੋ ਸਕਦਾ। ਜੇ ਟੀਅਰ 2 ਐਂਡ 3 ਦੀ ਜੌਬ ਆਫਰ ਮਿਲ ਰਹੀ ਹੈ, ਤੁਹਾਡਾ ਵਰਕ ਐਕਸਪੀਰੀਅੰਸ ਟੀਅਰ 1, 2, 3 ਔਰ 4 ਦਾ ਹੋ ਸਕਦਾ। ਟੀਅਰ 4 ਦੀ ਜੌਬ ਲੈਣ ਦੇ ਲਈ ਤੁਹਾਨੂੰ ਜਿਹੜਾ ਹੈਗਾ ਟੀਅਰ 2, 3 ਔਰ 4 ਦਾ ਵਰਕ ਐਕਸਪੀਰੀਅੰਸ ਚਾਹੀਦਾ ਹੈਗਾ। ਟੀਅਰ 5 ਦੀ ਜੌਬ ਆਫਰ ਦੇ ਲਈ ਤੁਹਾਨੂੰ ਸੇਮ ਉਸ NOC 5 ਡਿਜਿਟ NOC ਕੋਡ ਦਾ ਐਕਸਪੀਰੀਅੰਸ ਕੀਤਾ ਹੋਣਾ ਜ਼ਰੂਰੀ ਹੈਗਾ। ਇੱਕ ਐਗਜ਼ਾਮਪਲ ਆਪਾਂ ਲੈ ਲੈਣੇ ਹੈਗੇ, ਉਹ ਇਹ ਹੈ ਜੀ, ਫੋਰ ਐਗਜ਼ਾਮਪਲ ਤੁਸੀਂ ਫੂਡ ਸਰਵਿਸ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਕੀਤਾ ਹੋਇਆ ਜਿਹੜਾ ਕਿ ਟੀਅਰ 2 ਦੇ ਵਿੱਚ ਆਉਂਦਾ ਹੈਗਾ, ਤਾਂ ਤੁਸੀਂ ਕੀ ਕਰ ਸਕਦੇ ਹੋ, ਟੀਅਰ 2 ਦੀ ਜਿਹੜਾ ਹੈਗਾ ਜੌਬ ਆਫਰ ਲੈ ਸਕਦੇ ਹੋ, ਨਾਲ ਦੀ ਨਾਲ ਤੁਸੀਂ ਜਿਹੜਾ ਹੈਗਾ ਟੀਅਰ 3 ਦੀ ਵੀ ਜੌਬ ਆਫਰ ਇੱਥੇ ਲੈ ਸਕਦੇ ਹੋ। ਟੀਅਰ 4 ਦੀ ਜੌਬ ਆਫਰ ਵੀ ਤੁਹਾਡੇ ਲਈ ਐਪਲੀਕੇਬਲ ਰਹੇਗੀ। ਟੀਅਰ ਜੇ ਆਪਾਂ ਗੱਲ ਕਰੀਏ 0 ਐਂਡ 1 ਦੀ ਜੌਬ ਆਫਰ ਵੀ ਐਪਲੀਕੇਬਲ ਇੱਥੇ ਹੋ ਜਾਏਗੀ। ਬਟ ਜੇ ਤੁਸੀਂ ਮੰਨ ਲਓ ਫੂਡ ਕਾਊਂਟਰ ਅਟੈਂਡੈਂਟ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਜਿਹੜਾ ਕਿ ਟੀਅਰ 5 ਦੇ ਵਿੱਚ ਆਉਂਦਾ ਹੈਗਾ, ਸੋ ਫੂਡ ਕਾਊਂਟਰ ਅਟੈਂਡੈਂਟ ਜਿਹੜੇ ਹੈਗੇ ਉਹ ਟੀਅਰ 5 ਦੇ ਵਿੱਚ ਆਉਂਦੇ, ਤਾਂ ਤੁਸੀਂ ਫੂਡ ਕਾਊਂਟਰ ਅਟੈਂਡੈਂਟ ਦੀ ਹੀ ਜੌਬ ਆਫਰ ਜਿਹੜੀ ਕਿ ਲੱਭਣ ਦੀ ਕੋਸ਼ਿਸ਼ ਕਰਨੀ ਹੈਗੀ ਇਹਨਾਂ ਰੂਰਲ ਕਮਿਊਨਿਟੀ ਦੇ ਵਿੱਚੋਂ। ਤਾਂ ਤੁਸੀਂ ਹੋਰ ਜੌਬ ਆਫਰ ਨਹੀਂ ਲੱਭ ਸਕਦੇ, ਅਦਰਵਾਈਜ਼ ਤੁਹਾਨੂੰ ਇੱਕ ਫਰੈਸ਼ ਐਕਸਪੀਰੀਅੰਸ ਕਰਨਾ ਪੈਣਾ ਹੈ। ਤੁਸੀਂ ਆਪਣਾ ਪੁਰਾਣਾ ਵਰਕ ਐਕਸਪੀਰੀਅੰਸ ਜਿਹੜਾ ਹੈਗਾ ਉਹਨੂੰ ਯੂਜ਼ ਨਹੀਂ ਕਰ ਸਕਦੇ। ਸੋ ਜੇ ਫੂਡ ਕਾਊਂਟਰ ਅਟੈਂਡੈਂਟ ਦਾ ਐਕਸਪੀਰੀਅੰਸ ਕੀਤਾ ਹੋਇਆ ਤਾਂ ਕੋਸ਼ਿਸ਼ ਕਰਨੀ ਹੈ ਫੂਡ ਕਾਊਂਟਰ ਅਟੈਂਡੈਂਟ ਦਾ ਹੀ ਜੌਬ ਆਫਰ ਲੱਭਣ ਦੀ। ਹੈਲਥ ਕੇਅਰ ਦੇ ਲਈ ਐਕਸੈਪਸ਼ਨਸ ਵੀ ਹੈਗੀਆਂ ਬਹੁਤ ਸਾਰੇ। ਜਿਹੜੇ ਆਪਣੇ ਜੇ ਸਟੂਡੈਂਟਸ ਦੀ ਗੱਲ ਕਰੀਏ, ਉਹ ਕਈ ਵਾਰੀ ਕੀ ਹੁੰਦਾ ਕਿ ਇੰਡੀਆ ਤੋਂ ਉਹਨਾਂ ਨੇ ਨਰਸਿੰਗ ਦਾ ਕੋਰਸ ਕੀਤਾ ਹੁੰਦਾ ਤੇ ਨਰਸਿੰਗ ਦੇ ਵਿੱਚ ਉਹਦਾ ਐਕਸਪੀਰੀਅੰਸ ਵੀ ਹੁੰਦਾ, ਤਾਂ ਉਹਨਾਂ ਦੇ ਲਈ ਵੀ ਇੱਕ ਚੰਗੀ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਜੇ ਉਹਨਾਂ ਨੇ ਆਊਟਸਾਈਡ ਕੈਨੇਡਾ ਦਾ ਐਕਸਪੀਰੀਅੰਸ ਹੈਗਾ ਜਿਹੜਾ ਕਿ ਇਹਦੇ ਵਿੱਚ ਕਾਊਂਟ ਹੁੰਦਾ ਐਜ਼ ਅ ਰਜਿਸਟਰਡ ਨਰਸ ਉਹਨਾਂ ਨੇ ਕੀਤਾ ਹੋਇਆ, ਤਾਂ ਉਹ ਹੋਮ ਸਪੋਰਟ ਵਰਕ ਜਿਹੜਾ ਕਿ ਟੀਅਰ ਕੈਟਾਗਰੀ 4 ਹੈ ਉਹਦੇ 'ਚ ਵੀ ਜੌਬ ਲੱਭ ਸਕਦੇ, ਉਹ ਵੀ ਕੁਆਲੀਫਾਈਂਗ ਹੈਗੀ ਆ। ਤੇ ਨਾਲ ਨਰਸ ਏਡ ਆਰਡਰ ਲਾਈਜ਼ਨ ਪੇਸ਼ੈਂਟ ਸਰਵਿਸ ਐਸੋਸੀਏਟ ਜਿਹੜੀ ਕਿ ਟੀਅਰ 3 ਦੀ ਜੌਬ ਹੈ ਉਹ ਵੀ ਕੁਆਲੀਫਾਈ ਦੇ ਵਿੱਚ ਕਰਦੀ ਹੈ। ਸੋ ਇੱਕ ਕੁਆਲੀਫਾਈਂਗ ਜੌਬ ਆਫਰ ਦੀ ਰਿਕੁਆਇਰਮੈਂਟ ਹੈਗੀ ਹੈ। ਤੇ ਇਹਦੇ ਵਿੱਚ ਅਗਲਾ ਕੁਐਸਚਨ ਹੈ, ਕੈਨ ਆਊਟਸਾਈਡ ਕੈਨੇਡਾ ਕੈਂਡੀਡੇਟਸ ਕੰਸੀਡਰ ਦਿਸ ਪ੍ਰੋਗਰਾਮ। ਬਿਲਕੁਲ ਜੀ, ਇਨਸਾਈਡ ਤੇ ਆਊਟਸਾਈਡ ਕੈਨੇਡਾ ਕੈਂਡੀਡੇਟਸ ਜਿਹੜੇ ਇਹਦੇ ਵਿੱਚ ਅਪਲਾਈ ਕਰ ਸਕਦੇ ਨੇ। ਸੋ ਨੈਕਸਟ ਕੁਐਸਚਨ ਹੈਗਾ, ਕੈਨ ਯੂ ਅਪਲਾਈ ਫॉर ਅ ਵਰਕ ਪਰਮਿਟ ਵਾਈਲ ਪਰਮਨੈਂਟ ਰੈਜ਼ੀਡੈਂਟ ਐਪਲੀਕੇਸ਼ਨ ਇਜ਼ ਇਨ ਪ੍ਰੋਗਰੈਸ। ਸੋ ਬਿਲਕੁਲ ਤੁਸੀਂ 1 ਸਾਲ ਦਾ ਕਲੋਜ਼ ਵਰਕ ਪਰਮਿਟ ਰਿਕੁਐਸਟ ਕਰ ਸਕਦੇ ਹੋ ਜਦੋਂ ਤੁਹਾਨੂੰ ਰਿਕਮੈਂਡੇਸ਼ਨ ਲੈਟਰ ਇਸ਼ੂ ਹੋ ਗਿਆ। ਸੋ ਜਿਹੜਾ ਲਾਸਟ ਕੁਐਸਚਨ ਹੈਗਾ ਹੈ ਉਹ ਕਿ ਕੰਪਲੀਟ ਪ੍ਰੋਸੈਸ ਕੰਮ ਕਿਵੇਂ ਕਰਦਾ ਹੈਗਾ। ਸੋ ਕੰਪਲੀਟ ਪ੍ਰੋਸੈਸ ਜਿਹੜਾ ਗਾ ਜਿਵੇਂ ਦੱਸਿਆ ਹੈ ਕਿ ਪਹਿਲਾਂ ਤੇ ਜੌਬ ਆਫਰ ਲੱਭਣ ਨੂੰ ਟਾਈਮ ਲੱਗ ਜਾਂਦਾ, ਉਸ ਤੋਂ ਬਾਅਦ ਜਦੋਂ ਰਿਕਮੈਂਡੇਸ਼ਨ ਲੈਟਰ ਤੁਹਾਨੂੰ ਇਸ਼ੂ ਹੋਣੀ ਉਹਨੂੰ ਟਾਈਮ ਲੱਗ ਜਾਂਦਾ, ਤਾਂ ਕੰਪਲੀਟ ਪ੍ਰੋਸੈਸ PR ਤੱਕ ਕਿਤੇ ਨਾ ਕਿਤੇ 12 ਮੰਥਸ 1 ਸਾਲ ਲੱਗਦਾ ਤੁਹਾਨੂੰ PR ਹੁੰਦੇ। ਜੇ ਬੈਸਟ ਸਿਨੈਰੀਓ ਦੀ ਗੱਲ ਕਰਾਂ ਤਾਂ ਤੁਸੀਂ 8 ਮਹੀਨੇ ਦੇ ਵਿੱਚ ਵੀ ਇੱਥੇ PR ਹੋ ਜਾਂਦੇ ਹੋ। ਬਟ ਜੇ ਆਪਾਂ ਉਹਨਾਂ ਨੇ ਐਵਰੇਜ ਟਾਈਮ ਲੱਗ ਚਲੀ ਤੇ 8 ਮਹੀਨੇ ਤੋਂ ਲੈ ਕੇ 12 ਮਹੀਨੇ ਤੁਹਾਨੂੰ PR ਹੋਣੇ ਲੱਗ ਜਾਂਦੇ। ਤੁਹਾਡੇ ਕੋਲੇ ਵਰਕ ਐਕਸਪੀਰੀਅੰਸ ਰੈਡੀ ਹੈ, ਜੌਬ ਆਫਰ ਤੁਹਾਨੂੰ ਟਾਈਮ ਸਿਰ ਮਿਲ ਜਾਂਦੀ ਹੈ ਤੇ ਤੁਹਾਡਾ ਡਰਾਅ ਦੇ ਵਿੱਚ ਨੰਬਰ ਆ ਜਾਂਦਾ ਤੇ ਤੁਸੀਂ ਜਲਦੀ ਜਿਹੜਾ ਹੈਗਾ ਇੱਥੇ PR ਹੋ ਜਾਂਦੇ ਹੋ। ਸੋ ਬੇਸਿਕਲੀ ਤੁਸੀਂ ਫੈਡਰਲ ਦੀ ਰਿਕੁਆਇਰਮੈਂਟ ਮੀਟ ਕਰ ਲੈਂਦੇ ਹੋ। ਕਮਿਊਨਿਟੀ ਸਪੈਸੀਫਿਕ ਰਿਕੁਆਇਰਮੈਂਟ ਮੀਟ ਕਰਨਾ ਇੱਕ ਵੱਡਾ ਚੈਲੰਜ ਨਹੀਂ ਹੁੰਦਾ, ਬਿਕੋਜ਼ ਮੁੱਢਲੇ ਤੌਰ ਤੇ ਜ਼ਿਆਦਾਤਰ ਰਿਕੁਆਇਰਮੈਂਟ ਉਹਦੇ ਨਾਲ ਮਿਲਦੀਆਂ ਜੁਲਦੀਆਂ ਹੀ ਹੈਗੀਆਂ। ਬਟ ਤੁਹਾਨੂੰ ਫਿਰ ਵੀ ਜਿਹੜਾ ਕਮਿਊਨਿਟੀ ਦੀਆਂ ਰਿਕੁਆਇਰਮੈਂਟਸ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹ ਕੇ ਫਿਰ ਜੌਬ ਅਪਲਾਈ ਕਰਨੀ ਚਾਹੀਦੀ। ਸੋ ਮੈਂ ਆਸ ਕਰਦਾ ਇਹਨਾਂ ਕੁਝ ਕੁਐਸਚਨਾਂ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਰੂਰਲ ਨਾਰਦਰਨ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੈ ਇਹਦੇ ਰਿਲੇਟਡ ਜਿਹੜੇ ਹੈਗੇ ਤੁਹਾਡੇ ਡਾਊਟਸ ਕਲੀਅਰ ਹੋਏ ਹੋਣਗੇ। ਇਹ ਕੈਨੇਡੀਅਨ ਇਮੀਗ੍ਰੇਸ਼ਨ ਦੀ ਜੇ ਗੱਲ ਕਰੀਏ ਤਾਂ ਫਿਊਚਰ ਹੈਗਾ ਇਹ ਇਦਾਂ ਦੇ ਪ੍ਰੋਗਰਾਮ ਜਿਹੜੇ ਹੈਗੇ। ਸੋ ਇਹ ਕਿ ਬਿਕੋਜ਼ ਇਹਨਾਂ ਦਾ ਬੈਨੀਫਿਟਸ ਵੀ ਬਹੁਤ ਹੈ, ਸੋ ਇੱਥੇ ਜਿਹੜਾ ਹੈਗਾ ਇਹਨਾਂ ਨੂੰ ਵਰਕਰਸ ਦੀ ਵੀ ਬਹੁਤ ਲੋੜ ਹੈ। ਸੋ ਤੁਸੀਂ ਡੈਫੀਨਿਟਲੀ ਇਹਨਾਂ ਪ੍ਰੋਗਰਾਮਾਂ ਨੂੰ ਕੰਸੀਡਰ ਕਰੋ। ਜਿਵੇਂ ਕਿ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਪਹਿਲਾਂ ਇੱਕ ਪਾਇਲਟ ਪ੍ਰੋਗਰਾਮ ਸੀ, ਉਹ ਪਰਮਾਨੈਂਟ ਬਣ ਗਿਆ, ਉਸੇ ਤਰ੍ਹਾਂ ਹੀ ਇਸ ਪ੍ਰੋਗਰਾਮ ਨੇ ਵੀ ਪਰਮਾਨੈਂਟ ਬਣ ਜਾਣਾ। ਸੋ ਇਸ ਪ੍ਰੋਗਰਾਮ ਨੂੰ ਜ਼ਰੂਰ ਕੰਸੀਡਰ ਕਰੋ। ਤੁਹਾਨੂੰ ਜੌਬ ਆਫਰ ਮਿਲ ਰਹੀ ਹੈ ਕੁਆਲੀਫਾਈਂਗ ਪਾਰਟਿਸਿਪੇਟਿੰਗ ਕਮਿਊਨਿਟੀ ਤੋਂ, ਜ਼ਰੂਰ ਤੁਹਾਨੂੰ ਇਹ ਆਪਣੀ ਆਪਸ਼ਨ ਐਕਸਪਲੋਰ ਕਰਨੀ ਚਾਹੀਦੀ। ਮੈਂ ਆਸ ਕਰਦਾ ਇਸ ਮੇਰੀ ਵੀਡੀਓ ਨਾਲ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੋਏਗੀ ਜਿਹੜੀ ਤੁਹਾਡੇ ਕੰਮ ਆ ਸਕਦੀ ਹੈਗੀ। ਥੈਂਕ ਯੂ ਸੋ ਮਚ ਫॉर ਵਾਚਿੰਗ ਮਾਈ ਵੀਡੀਓ।